ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਇੱਕ ਸਮੇਂ ਦੀ ਗੱਲ ਹੈ ਕਿ ਇੱਕ ਰਾਜ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ। ਉਹ ਸਮਰਾਟ ਹੁਣ ਬੁੱਢਾ ਹੋ ਚੁੱਕਿਆ ਸੀ ਤੇ ਉਸਨੇ ਆਪਣੇ ਤਿੰਨਾਂ ਬੇਟਿਆਂ ਦੇ ਵਿੱਚੋਂ ਇੱਕ ਨੂੰ ਆਪਣਾ ਅਗਲਾ ਸਮਰਾਟ ਨਿਯੁਕਤ ਕਰਨਾ ਸੀ। ਪਰ ਸਮਰਾਟ ਦੇ ਅੱਗੇ ਹੁਣ ਬਹੁਤ ਵੱਡੀ ਸਮੱਸਿਆ ਸੀ। ਉਸਦੇ ਤਿੰਨੇ ਬੇਟੇ ਬਲ, ਬੁੱਧੀ ਤੇ ਰਾਜਨੀਤੀ ਵਿੱਚ ਇੱਕ ਤੋਂ ਵੱਧ ਕੇ ਇੱਕ ਸੀ। ਉਹ ਇਹ ਫੈਸਲਾ ਨਹੀਂ ਕਰ ਪਾ ਰਿਹਾ ਸੀ ਕਿ ਆਪਣਾ ਉੱਤਰਾਧਿਕਾਰੀ ਉਹ ਕਿਸ ਨੂੰ ਬਣਾਵੇ। ਉਹ ਪਿਛਲੇ ਕਈ ਮਹੀਨਿਆਂ ਤੋਂ ਇਸੇ ਉਧੇੜ-ਬੁਣ ਵਿੱਚ ਹੀ ਸੀ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਸਭ ਤੋਂ ਵਧੀਆ ਸਮਰਾਟ ਕੌਣ ਬਣ ਸਕਦਾ ਹੈ, ਕੌਣ ਹੈ ਜੋ ਉਸ ਦੇ ਸਮਰਾਜ ਦੀ ਵਾਗਡੋਰ ਨੂੰ ਸੰਭਾਲ ਸਕਦਾ ਹੈ, ਉਸ ਨੂੰ ਹੋਰ ਜ਼ਿਆਦਾ ਵਿਕਸਿਤ ਕਰ ਸਕਦਾ ਹੈ, ਇਸ ਨੂੰ ਹੋਰ ਜ਼ਿਆਦਾ ਧਨਵਾਨ ਤੇ ਸਮਰਿੱਧ ਬਣਾ ਸਕਦਾ ਹੈ। ਉਸਨੇ ਕਈ ਵਾਰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਆਪਣੇ ਬੇਟਿਆਂ ਦੀ ਪ੍ਰੀਖਿਆ ਲੈਣ ਦੀ ਵੀ ਕੋਸ਼ਿਸ਼ ਕੀਤੀ। ਉਸਨੇ ਉਹਨਾਂ ਤੋਂ ਤਰ੍ਹਾਂ-ਤਰ੍ਹਾਂ ਦੇ ਪ੍ਰਸ਼ਨ ਵੀ ਪੁੱਛੇ, ਪਰ ਹਰ ਵਾਰੀ ਤਿੰਨੋਂ ਹੀ ਰਾਜਕੁਮਾਰ ਸਮਰਾਟ ਦੀਆਂ ਨਜ਼ਰਾਂ ਵਿੱਚ ਇੱਕ ਸਮਾਨ ਹੀ ਯੋਗਤਾ ਵਾਲੇ ਸਿੱਧ ਹੋਏ। ਸਮਰਾਟ ਦੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਸੀ ਤੇ ਫਿਰ ਉਹਨਾਂ ਦਿਨਾਂ ਦੇ ਵਿੱਚ ਸਮਰਾਟ ਦੇ ਮਹਿਲ ਵਿੱਚ ਇੱਕ ਸਾਧੂ ਭਿਕਸ਼ਾ ਲੈਣ ਦੇ ਲਈ ਆਉਂਦਾ ਹੈ। ਕਿਉਂਕਿ ਉਹ ਸਾਧੂ ਦੁਪਹਿਰ ਦੇ ਵੇਲੇ ਭਿਕਸ਼ਾ ਮੰਗਣ ਦੇ ਲਈ ਆਇਆ ਸੀ, ਇਸ ਲਈ ਸਮਰਾਟ ਉਸ ਨੂੰ ਕਹਿੰਦਾ ਹੈ ਕਿ ਅੱਜ ਦਾ ਭੋਜਨ ਤੁਸੀਂ ਮੇਰੇ ਮਹਿਲ ਵਿੱਚ ਕਰੋ ਤੇ ਫਿਰ ਭੋਜਨ ਕਰਨ ਤੋਂ ਬਾਅਦ ਤੁਸੀਂ ਭਿਕਸ਼ਾ ਲੈ ਕੇ ਇੱਥੋਂ ਜਾ ਸਕਦੇ ਹੋ। ਸਾਧੂ ਸਮਰਾਟ ਦੀ ਗੱਲ ਮੰਨ ਲੈਂਦਾ ਹੈ ਤੇ ਦੋਵੇਂ ਜਾਣੇ ਭੋਜਨ ਕਰਨ ਦੇ ਲਈ ਇਕੱਠੇ ਬੈਠ ਜਾਂਦੇ ਹਨ। ਤੇ ਫਿਰ ਜਦੋਂ ਦੋਵੇਂ ਭੋਜਨ ਕਰ ਰਹੇ ਹੁੰਦੇ ਹਨ ਤਾਂ ਸਾਧੂ ਰਾਜੇ ਦੇ ਮੱਥੇ ਦੀਆਂ ਤਿਉੜੀਆਂ ਤੋਂ ਇਹ ਅਨੁਮਾਨ ਲਗਾ ਲੈਂਦਾ ਹੈ ਕਿ ਜ਼ਰੂਰ ਹੀ ਰਾਜਾ ਕਿਸੇ ਵੱਡੀ ਉਲਝਣ ਜਾਂ ਪਰੇਸ਼ਾਨੀ ਵਿੱਚ ਹੈ। ਤੇ ਫਿਰ ਭੋਜਨ ਕਰਨ ਤੋਂ ਬਾਅਦ ਜਦੋਂ ਰਾਜਾ ਤੇ ਸਾਧੂ ਬੈਠ ਕੇ ਗੱਲਾਂ ਕਰ ਰਹੇ ਸਨ ਤਾਂ ਸਾਧੂ ਨੇ ਰਾਜੇ ਨੂੰ ਪੁੱਛ ਹੀ ਲਿਆ ਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਵੱਡੀ ਉਲਝਣ ਦੇ ਵਿੱਚ ਹੋ। ਜੇਕਰ ਤੁਸੀਂ ਚਾਹੋ ਤਾਂ ਮੇਰੇ ਨਾਲ ਆਪਣੀ ਚਿੰਤਾ ਸਾਂਝੀ ਕਰ ਸਕਦੇ ਹੋ, ਸ਼ਾਇਦ ਮੈਂ ਤੁਹਾਡੀ ਕੋਈ ਮਦਦ ਕਰ ਸਕਾਂ। ਤਾਂ ਸਮਰਾਟ ਨੇ ਕਿਹਾ ਕਿ ਚਿੰਤਾ ਤਾਂ ਬਸ ਇਹੀ ਹੈ ਮਹਾਰਾਜ ਕਿ ਮੈਂ ਆਪਣੇ ਤਿੰਨਾਂ ਬੇਟਿਆਂ ਦੇ ਵਿੱਚੋਂ ਅਗਲਾ ਉੱਤਰਾਧਿਕਾਰੀ ਕਿਸ ਨੂੰ ਬਣਾਵਾਂ। ਮੇਰੇ ਤਿੰਨੇ ਬੇਟੇ ਹੀ ਇੱਕ ਤੋਂ ਵੱਧ ਕੇ ਇੱਕ ਹਨ, ਕੋਈ ਵੀ ਕਿਸੇ ਤੋਂ ਘੱਟ ਨਹੀਂ। ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦਾ ਕਿ ਕਿਸ ਦੇ ਹੱਥਾਂ ਵਿੱਚ ਇਹ ਸਮਰਾਜ ਜ਼ਿਆਦਾ ਸੁਰੱਖਿਅਤ ਰਹੇਗਾ। ਇਹ ਸੁਣ ਕੇ ਉਸ ਬੁੱਢੇ ਸਾਧੂ ਨੇ ਹੱਸਦੇ ਹੋਏ ਕਿਹਾ ਕਿ ਇਸ ਸਮੱਸਿਆ ਦਾ ਸਮਾਧਾਨ ਤਾਂ ਬਹੁਤ ਹੀ ਆਸਾਨ ਹੈ। ਤੇ ਫਿਰ ਉਸ ਸਾਧੂ ਨੇ ਸਮਰਾਟ ਨੂੰ ਇੱਕ ਆਈਡੀਆ ਦੱਸਿਆ ਜੋ ਸਮਰਾਟ ਨੂੰ ਵੀ ਕਾਫੀ ਪਸੰਦ ਆਇਆ। ਤੇ ਫਿਰ ਉਸ ਦੇ ਬਾਅਦ ਉਹ ਸਾਧੂ ਰਾਜੇ ਦੇ ਕੋਲੋਂ ਆਗਿਆ ਲੈ ਕੇ ਉੱਥੋਂ ਚਲਾ ਜਾਂਦਾ ਹੈ। ਇਸ ਘਟਨਾ ਦੇ ਕੁਝ ਦਿਨਾਂ ਦੇ ਬਾਅਦ ਰਾਜਾ ਆਪਣੇ ਤਿੰਨੇ ਬੇਟਿਆਂ ਨੂੰ ਆਪਣੇ ਕੋਲ ਬੁਲਾਉਂਦਾ ਹੈ ਤੇ ਉਹਨਾਂ ਤਿੰਨਾਂ ਨੂੰ ਕਣਕ ਦੀ ਭਰੀ ਹੋਈ ਇੱਕ-ਇੱਕ ਬੋਰੀ ਦਿੰਦਾ ਹੈ ਤੇ ਕਹਿੰਦਾ ਹੈ ਕਿ ਮੈਂ ਤੀਰਥ ਯਾਤਰਾ ਤੇ ਜਾ ਰਿਹਾ ਹਾਂ, ਮੇਰੇ ਵਾਪਸ ਆਉਣ ਦਾ ਸਮਾਂ ਨਿਸ਼ਚਿਤ ਨਹੀਂ ਹੈ, ਸ਼ਾਇਦ ਮੈਨੂੰ 2-3 ਸਾਲ ਲੱਗ ਜਾਣ, ਪਰ ਜਦੋਂ ਮੈਂ ਵਾਪਸ ਆਵਾਂ ਤਾਂ ਤੁਸੀਂ ਮੈਨੂੰ ਤਿੰਨਾਂ ਨੇ ਇਹ ਕਣਕ ਇਸੇ ਤਰ੍ਹਾਂ ਹੀ ਸੁਰੱਖਿਅਤ ਵਾਪਸ ਕਰਨੀ ਹੈ, ਇੱਕ ਵੀ ਦਾਣਾ ਇੱਧਰ ਉੱਧਰ ਨਹੀਂ ਹੋਣਾ ਚਾਹੀਦਾ। ਇਹ ਕਹਿ ਕੇ ਸਮਰਾਟ ਤੀਰਥ ਯਾਤਰਾ ਤੇ ਚਲਾ ਜਾਂਦਾ ਹੈ। ਪਿਤਾ ਦੇ ਜਾਂਦੇ ਹੀ ਸਭ ਤੋਂ ਵੱਡਾ ਬੇਟਾ ਉਸ ਕਣਕ ਨੂੰ ਤਿਜੋਰੀ ਦੇ ਅੰਦਰ ਬੰਦ ਕਰ ਦਿੰਦਾ ਹੈ ਤੇ ਉਸ ਦੇ ਉੱਤੇ ਇੱਕ ਜਿੰਦਰਾ ਲਗਾ ਦਿੰਦਾ ਹੈ, ਇਸ ਉਮੀਦ ਦੇ ਨਾਲ ਕਿ ਜਦੋਂ ਪਿਤਾ ਜੀ ਵਾਪਸ ਆਉਣਗੇ ਤਾਂ ਉਹਨਾਂ ਨੂੰ ਮੈਂ ਇਹ ਕਣਕ ਦੀ ਬੋਰੀ ਸੁਰੱਖਿਅਤ ਵਾਪਸ ਕਰ ਦੇਵਾਂਗਾ। ਦੂਜਾ ਬੇਟਾ ਸੋਚਦਾ ਹੈ ਕਿ ਕਣਕ ਨੂੰ ਤਿਜੋਰੀ ਵਿੱਚ ਰੱਖਣਾ ਤਾਂ ਬੇਵਕੂਫੀ ਹੋਵੇਗੀ, ਪਤਾ ਨਹੀਂ ਪਿਤਾ ਜੀ ਨੂੰ ਵਾਪਸ ਆਉਣ ਦੇ ਵਿੱਚ ਕਿੰਨਾ ਸਮਾਂ ਲੱਗ ਜਾਵੇ, ਉਦੋਂ ਤੱਕ ਇਹ ਕਣਕ ਵਿੱਚ ਸੁਸਰੀ ਪੈ ਸਕਦੀ ਹੈ, ਇਹ ਸੜ ਕੇ ਰਾਖ ਵੀ ਹੋ ਸਕਦੀ ਹੈ। ਇਹੀ ਸਭ ਸੋਚ ਕੇ ਉਸਨੇ ਕਣਕ ਨੂੰ ਮਹਿਲ ਦੇ ਪਿੱਛੇ ਪਈ ਖਾਲੀ ਜ਼ਮੀਨ ਉੱਤੇ ਸੁਟਵਾ ਦਿੱਤਾ, ਇਹ ਸੋਚ ਕੇ ਕਿ ਇਸ ਦੇ ਵਿੱਚ ਇੰਨੀ ਕੁ ਫਸਲ ਤਾਂ ਹੋ ਹੀ ਜਾਵੇਗੀ ਕਿ ਪਿਤਾ ਜੀ ਨੂੰ ਮੈਂ ਇੱਕ ਬੋਰੀ ਕਣਕ ਦੀ ਵਾਪਸ ਕਰ ਸਕਾਂਗਾ। ਪਰ ਉਹ ਕੋਈ ਕਿਸਾਨ ਤਾਂ ਹੈ ਨਹੀਂ ਸੀ, ਉਸ ਨੂੰ ਖੇਤੀ ਦੀ ਕੋਈ ਵੀ ਸਮਝ ਨਹੀਂ ਸੀ। ਉਸਨੇ ਕਣਕ ਨੂੰ ਇਸ ਤਰ੍ਹਾਂ ਸੁੱਟਿਆ ਸੀ ਜਿਸ ਤਰ੍ਹਾਂ ਕੋਈ ਵੀ ਕਿਸਾਨ ਕਦੇ ਨਹੀਂ ਸੁੱਟਦਾ। ਉਸਨੇ ਕਣਕ ਨੂੰ ਸੁੱਟਣ ਤੋਂ ਪਹਿਲਾਂ ਨਾ ਤਾਂ ਜ਼ਮੀਨ ਦੀ ਜਾਂਚ ਕੀਤੀ ਸੀ ਕਿ ਜ਼ਮੀਨ ਬੰਜਰ ਹੈ ਜਾਂ ਉਪਜਾਊ ਹੈ, ਤੇ ਨਾ ਹੀ ਜ਼ਮੀਨ ਨੂੰ ਵਾਹਿਆ ਸੀ, ਤੇ ਨਾ ਹੀ ਉਸ ਦੇ ਵਿੱਚੋਂ ਗੰਦਗੀ ਤੇ ਘਾਹ ਫੂਸ ਨੂੰ ਕੱਢਿਆ ਸੀ, ਨਾ ਹੀ ਕਿਸੇ ਤਰੀਕੇ ਦੇ ਨਾਲ ਜ਼ਮੀਨ ਨੂੰ ਫਸਲ ਬੀਜਣ ਦੇ ਲਈ ਤਿਆਰ ਕੀਤਾ ਸੀ। ਬਸ ਪਰਮਾਤਮਾ ਦੇ ਭਰੋਸੇ ਉਸ ਉੱਤੇ ਕਣਕ ਸੁੱਟ ਦਿੱਤੀ ਸੀ ਕਿ ਪਰਮਾਤਮਾ ਫਾਲਤੂ ਦੇ ਇੰਨੇ ਸਾਰੇ ਪੌਦੇ ਘਾਹ ਫੂਸ ਨੂੰ ਵੀ ਉਗਾ ਹੀ ਦਿੰਦਾ ਹੈ, ਮੇਰੀ ਕਣਕ ਨੂੰ ਵੀ ਉਗਾ ਹੀ ਦੇਵੇਗਾ। ਤੇ ਸਭ ਤੋਂ ਛੋਟੇ ਬੇਟੇ ਨੇ ਸੋਚਿਆ ਕਿ ਕਣਕ ਨੂੰ ਤਿਜੋਰੀ ਦੇ ਵਿੱਚ ਰੱਖਣਾ ਤਾਂ ਸਾਫ਼-ਸਾਫ਼ ਹੀ ਮੂਰਖਤਾ ਹੋਵੇਗੀ, ਪਿਤਾ ਜੀ ਦੇ ਮੁੜ ਕੇ ਆਉਣ ਤੱਕ ਤਾਂ ਉਸ ਕਣਕ ਦਾ ਸੜ ਕੇ ਰਾਖ ਹੋ ਜਾਣਾ ਨਿਸ਼ਚਿਤ ਹੀ ਹੈ, ਤੇ ਕਣਕ ਨੂੰ ਐਵੇਂ ਹੀ ਕਿਸੇ ਵੀ ਜ਼ਮੀਨ ਉੱਤੇ ਪਰਮਾਤਮਾ ਦੇ ਭਰੋਸੇ ਸੁੱਟ ਦੇਣਾ ਵੀ ਜੋਖਿਮ ਲੈਣ ਵਰਗਾ ਹੀ ਹੋਵੇਗਾ। ਇਸ ਲਈ ਉਸਨੇ ਇੱਕ ਫੈਸਲਾ ਕੀਤਾ। ਉਹ ਇੱਕ ਕਿਸਾਨ ਦੇ ਕੋਲ ਗਿਆ ਤੇ ਉਸਨੇ ਉਸ ਕਿਸਾਨ ਦੀ ਮਦਦ ਦੇ ਨਾਲ ਇੱਕ ਚੰਗੀ ਉਪਜਾਊ ਜ਼ਮੀਨ ਵਾਲਾ ਖੇਤ ਲੱਭਿਆ ਤੇ ਉਸ ਦੇ ਵਿੱਚੋਂ ਸਾਰਾ ਘਾਹ ਫੂਸ ਕੱਢਿਆ ਤੇ ਉਸ ਖੇਤ ਨੂੰ ਚੰਗੀ ਤਰ੍ਹਾਂ ਵਹਾ ਕੇ ਤਿਆਰ ਕਰਵਾਇਆ ਤੇ ਫਿਰ ਉਸ ਦੇ ਵਿੱਚ ਬੀਜ ਦਿੱਤੇ ਤੇ ਸਮੇਂ-ਸਮੇਂ ਤੇ ਉਸ ਨੂੰ ਖਾਦ ਤੇ ਪਾਣੀ ਵੀ ਦਿੱਤਾ। 3 ਸਾਲਾਂ ਬਾਅਦ ਜਦੋਂ ਪਿਤਾ ਵਾਪਸ ਆਇਆ ਤਾਂ ਸਭ ਤੋਂ ਵੱਡੇ ਬੇਟੇ ਨੇ ਤਿਜੋਰੀ ਖੋਲ੍ਹ ਕੇ ਦਿਖਾਈ, ਉੱਥੇ ਰਾਖ ਦੇ ਢੇਰ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। ਪਿਤਾ ਨੇ ਕ੍ਰੋਧਿਤ ਹੋ ਕੇ ਕਿਹਾ ਕਿ ਮੈਂ ਤੈਨੂੰ ਜੀਵਤ ਦਾਣੇ ਦਿੱਤੇ ਸੀ ਜਿਨ੍ਹਾਂ ਵਿੱਚ ਅਸੀਮ ਸੰਭਾਵਨਾ ਸੀ, ਜੋ ਵਿਕਸਿਤ ਹੋ ਕੇ ਸੈਂਕੜੇ ਗੁਣਾ ਵੱਧ ਸਕਦੇ ਸੀ, ਪਰ ਤੂੰ ਉਹਨਾਂ ਜੀਵਤ
ਦਾਣਿਆਂ ਨੂੰ ਵੀ ਮਿੱਟੀ ਕਰ ਦਿੱਤਾ ਹੈ। ਜੋ ਜਿਉਂਦੇ ਸੀ ਉਹਨਾਂ ਨੂੰ ਵੀ ਮਾਰ ਦਿੱਤਾ ਹੈ। ਜੋ ਵਿਕਾਸ ਦੀ ਸੰਭਾਵਨਾ ਸੀ ਤੂੰ ਸਾਰੀ ਦੀ ਸਾਰੀ ਨਸ਼ਟ ਕਰ ਦਿੱਤੀ ਹੈ। ਭਲਾ ਮੈਂ ਤੇਰੇ ਹੱਥਾਂ ਵਿੱਚ ਰਾਜ ਦੇ ਕੇ ਕੀ ਕਰਾਂਗਾ? ਤੂੰ ਕੁਝ ਹੀ ਸਾਲਾਂ ਦੇ ਵਿੱਚ ਰਾਜ ਦਾ ਵੀ ਇਹੀ ਹਾਲ ਕਰ ਦੇਵੇਂਗਾ। ਤੇ ਫਿਰ ਸਮਰਾਟ ਨੇ ਆਪਣੇ ਦੂਜੇ ਬੇਟੇ ਨੂੰ ਪੁੱਛਿਆ ਕਿ ਕਣਕ ਦੇ ਦਾਣੇ ਕਿੱਥੇ ਹਨ। ਤਾਂ ਉਹ ਸਮਰਾਟ ਨੂੰ ਮਹਿਲ ਦੇ ਪਿੱਛੇ ਦੀ ਬੰਜਰ ਜ਼ਮੀਨ ਉੱਤੇ ਲੈ ਗਿਆ, ਜਿੱਥੇ ਉਸਨੇ ਉਹ ਕਣਕ ਦੇ ਦਾਣੇ ਸੁੱਟੇ ਸੀ। ਪਰ ਉੱਥੇ ਤਾਂ ਕਣਕ ਦਾ ਇੱਕ ਵੀ ਬੂਟਾ ਨਹੀਂ ਸੀ। ਉੱਥੇ ਸਿਰਫ ਘਾਹ ਫੂਸ ਤੇ ਕੁਝ ਝਾੜੀਆਂ ਸਨ। ਦਾਣੇ ਸੁੱਟਣ ਤੋਂ ਬਾਅਦ ਉਹ ਰਾਜਕੁਮਾਰ ਉਸ ਜ਼ਮੀਨ ਨੂੰ 3 ਸਾਲਾਂ ਤੱਕ ਇੱਕ ਵਾਰ ਵੀ ਦੇਖਣ ਨਹੀਂ ਆਇਆ ਸੀ। ਪਿਤਾ ਨੇ ਕਿਹਾ ਕਿ ਕਿੱਥੇ ਨੇ ਕਣਕ ਦੇ ਬੂਟੇ? ਬੇਟੇ ਨੇ ਕਿਹਾ ਕਿ ਮੈਂ ਤਾਂ ਇੱਥੇ ਹੀ ਕਣਕ ਦੇ ਬੀਜ ਸੁੱਟਵਾਏ ਸੀ, ਪਤਾ ਨਹੀਂ ਕਿੱਧਰ ਗਏ। ਤਾਂ ਸਮਰਾਟ ਨੇ ਪੁੱਛਿਆ ਕਿ ਕਣਕ ਨੂੰ ਬੀਜਣ ਤੋਂ ਪਹਿਲਾਂ ਕੀ ਤੂੰ ਜ਼ਮੀਨ ਦੀ ਜਾਂਚ ਕੀਤੀ ਸੀ? ਜ਼ਮੀਨ ਨੂੰ ਬੀਜਣ ਦੇ ਲਈ ਤਿਆਰ ਕੀਤਾ ਸੀ? ਤਾਂ ਬੇਟੇ ਨੇ ਸ਼ਰਮਿੰਦਾ ਹੁੰਦੇ ਹੋਏ ਕਿਹਾ ਕਿ ਨਹੀਂ। ਉਸਨੇ ਕਿਹਾ ਕਿ ਮੈਂ ਸੋਚਿਆ ਕਿ ਜਦੋਂ ਜ਼ਮੀਨ ਉੱਤੇ ਇੰਨੇ ਸਾਰੇ ਪੌਦੇ, ਝਾੜੀਆਂ, ਘਾਹ ਫੂਸ ਬਿਨਾਂ ਬੀਜੇ ਹੀ ਪੈਦਾ ਹੁੰਦੇ ਰਹਿੰਦੇ ਹਨ ਤੇ ਬਿਨਾਂ ਖਿਆਲ ਰੱਖੇ ਹੀ ਇੰਨੇ ਵੱਡੇ ਹੋ ਜਾਂਦੇ ਹਨ, ਤਾਂ ਮੇਰੀ ਕਣਕ ਵੀ ਉੱਗੀ ਜਾਵੇਗੀ ਤੇ ਉਸ ਫਸਲ ਦੇ ਵਿੱਚੋਂ ਇੱਕ ਬੋਰੀ ਕਣਕ ਦੀ ਵੀ ਨਿਕਲੀ ਆਵੇਗੀ। ਤਾਂ ਸਮਰਾਟ ਨੇ ਕਿਹਾ ਕਿ ਤੂੰ ਤਾਂ ਇਸ ਸਾਮਰਾਜ ਨੂੰ ਸੰਭਾਲਣ ਦੇ ਕਾਬਲ ਬਿਲਕੁਲ ਨਹੀਂ ਹੈ। ਜੋ ਇਨਸਾਨ ਬੀਜ ਬੀਜਣ ਤੋਂ ਪਹਿਲਾਂ ਇਹ ਨਹੀਂ ਦੇਖਦਾ ਕਿ ਜ਼ਮੀਨ ਕਿਸ ਤਰ੍ਹਾਂ ਦੀ ਹੈ ਤੇ ਬੀਜਣ ਦੇ ਬਾਅਦ 3 ਸਾਲ ਤੱਕ ਦੇਖਣ ਵੀ ਨਹੀਂ ਜਾਂਦਾ ਕਿ ਉਸ ਦਾ ਕੀ ਹਾਲ ਹੈ ਤੇ ਉਹ ਇਸ ਰਾਜ ਦੇ ਨਾਲ ਕੀ ਕਰੇਗਾ, ਇਹ ਵੀ ਮੈਂ ਸਾਫ਼-ਸਾਫ਼ ਦੇਖ ਸਕਦਾ ਹਾਂ। ਤਾਂ ਫਿਰ ਸਮਰਾਟ ਨੇ ਆਪਣੇ ਤੀਜੇ ਬੇਟੇ ਨੂੰ ਪੁੱਛਿਆ ਕਿ ਕਣਕ ਕਿੱਥੇ ਹੈ। ਤਾਂ ਉਹ ਸਮਰਾਟ ਨੂੰ ਇੱਕ ਵੱਡੇ ਖੇਤ ਦੇ ਕੋਲ ਲੈ ਗਿਆ। ਸਮਰਾਟ ਨੇ ਜਿੰਨੀ ਕਣਕ ਉਸ ਨੂੰ ਦਿੱਤੀ ਸੀ ਉਸ ਦੀ 1000 ਗੁਣਾ ਕਣਕ ਹੋ ਗਈ ਸੀ। ਖੇਤ ਵੱਡੇ ਤੋਂ ਵੱਡਾ ਹੁੰਦਾ ਚਲਾ ਗਿਆ ਸੀ, ਕਿਉਂਕਿ ਜਿੰਨੀ ਵੀ ਕਣਕ ਨਿਕਲਦੀ ਸੀ ਉਹ ਉਸ ਨੂੰ ਅਗਲੇ ਸਾਲ ਬੀਜ ਦੇ ਰੂਪ ਵਿੱਚ ਇਸਤੇਮਾਲ ਕਰ ਲੈਂਦਾ ਸੀ। ਪਿਤਾ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਸ ਦੇ ਸਾਹਮਣੇ ਇੱਕ ਵਿਸ਼ਾਲ ਲਹਿਰਾਉਂਦਾ ਹੋਇਆ ਖੇਤ ਖੜਾ ਸੀ, ਜਿਸ ਦੇ ਵਿੱਚ ਜੀਵਨ ਦੀਆਂ ਹਵਾਵਾਂ ਚੱਲ ਰਹੀਆਂ ਸਨ, ਜਿਸ ਦੀ ਖੁਸ਼ਬੂ ਦੂਰ ਦੂਰ ਤੱਕ ਫੈਲ ਰਹੀ ਸੀ ਤੇ ਸੂਰਜ ਦੀ ਰੋਸ਼ਨੀ ਫਸਲ ਉੱਤੇ ਪੈ ਕੇ ਹੋਰ ਜ਼ਿਆਦਾ ਚਮਕ ਰਹੀ ਸੀ, ਜਿਸ ਦੀ ਹਰਿਆਲੀ ਦੇ ਨਾਲ ਅੱਖਾਂ ਨੂੰ ਸਕੂਨ ਤੇ ਮਨ ਨੂੰ ਸ਼ਾਂਤੀ ਮਿਲ ਰਹੀ ਸੀ। ਰਾਜਕੁਮਾਰ ਦੀ ਲਹਿਰਾਉਂਦੀ ਹੋਈ ਫਸਲ ਨੂੰ ਦੇਖ ਕੇ ਰਾਜਾ ਖੁਸ਼ ਹੋ ਕੇ ਚਿল্ਲਾਉਂਦਾ ਹੋਇਆ ਬੋਲਿਆ ਕਿ ਮੇਰੇ ਇਸ ਰਾਜ ਨੂੰ ਵੀ ਚੰਗੀ ਤਰ੍ਹਾਂ ਤੂੰ ਹੀ ਸੰਭਾਲ ਸਕਦਾ ਹੈ, ਕਿਉਂਕਿ ਜੋ ਲੋਕ ਛੋਟੇ ਛੋਟੇ ਬੀਜਾਂ ਨੂੰ ਨਹੀਂ ਸੰਭਾਲ ਸਕੇ ਉਹ ਇੰਨੇ ਵੱਡੇ ਰਾਜ ਤੇ ਇੰਨੀ ਵੱਡੀ ਸੰਭਾਵਨਾ ਨੂੰ ਕਿਵੇਂ ਸੰਭਾਲ ਪਾਉਣਗੇ। ਤੇ ਫਿਰ ਉਹ ਵਿਸ਼ਾਲ ਸਾਮਰਾਜ ਛੋਟੇ ਰਾਜਕੁਮਾਰ ਨੂੰ ਸੌਂਪ ਦਿੱਤਾ ਜਾਂਦਾ ਹੈ। ਦੋਸਤੋ, ਇੱਥੇ ਉਹ 3 ਰਾਜਕੁਮਾਰ ਦੁਨੀਆ ਵਿੱਚ ਮਿਲਣ ਵਾਲੇ ਅਲੱਗ-ਅਲੱਗ 3 ਲੋਕਾਂ ਦੀ ਤਰ੍ਹਾਂ ਹਨ ਤੇ ਉਹਨਾਂ ਨੂੰ ਮਿਲਣ ਵਾਲੇ ਉਹ ਕਣਕ ਦੇ ਬੋਰੇ ਸਾਨੂੰ ਸਭ ਨੂੰ ਮਿਲਣ ਵਾਲੇ ਇੱਕ ਸਮਾਨ ਸਮੇਂ ਦੇ ਪ੍ਰਤੀਕ ਹਨ ਤੇ ਉਹਨਾਂ 3 ਰਾਜਕੁਮਾਰਾਂ ਦੀ ਤਰ੍ਹਾਂ ਹੀ ਸਾਨੂੰ ਸਭ ਨੂੰ ਵੀ ਇੱਕ ਸਮਾਨ ਸਮਾਂ ਮਿਲਦਾ ਹੈ ਸੰਭਾਵਨਾਵਾਂ ਨੂੰ ਵਿਕਸਿਤ ਕਰਨ ਦੇ ਲਈ। ਪਰ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਆਪਣੇ ਸਮੇਂ ਦੀ ਸਹੀ ਵਰਤੋਂ ਕਿਵੇਂ ਕੀਤੀ ਜਾਵੇ, ਠੀਕ ਉਸ ਪਹਿਲੇ ਰਾਜਕੁਮਾਰ ਦੀ ਤਰ੍ਹਾਂ ਜਿਸ ਨੇ ਕਣਕ ਦੇ ਵਿਕਾਸ ਨੂੰ ਵਧਾਉਣ ਤੇ ਸੁਰੱਖਿਅਤ ਰੱਖਣ ਦਾ ਜ਼ਰਾ ਵੀ ਵਿਚਾਰ ਨਹੀਂ ਕੀਤਾ। ਤੇ ਇਸੇ ਤਰ੍ਹਾਂ ਹੀ ਜ਼ਿਆਦਾਤਰ ਲੋਕ ਆਪਣੇ ਸਮੇਂ ਨੂੰ ਫालतू ਦੇ ਕੰਮਾਂ ਵਿੱਚ ਲਗਾ ਕੇ ਉਸ ਦੀ ਸਹੀ ਵਰਤੋਂ ਨਾ ਕਰਕੇ ਆਪਣੀ ਜ਼ਿੰਦਗੀ ਦੀਆਂ ਸਭ ਸੰਭਾਵਨਾਵਾਂ ਨੂੰ ਨਸ਼ਟ ਕਰ ਲੈਂਦੇ ਹਨ, ਮਿੱਟੀ ਕਰ ਲੈਂਦੇ ਹਨ, ਠੀਕ ਉਸ ਤਿਜੋਰੀ ਵਿੱਚ ਰੱਖੀ ਹੋਈ ਕਣਕ ਦੀ ਤਰ੍ਹਾਂ। ਤੇ ਕੁਝ ਲੋਕ ਦੂਜੇ ਰਾਜਕੁਮਾਰ ਦੀ ਤਰ੍ਹਾਂ ਹੁੰਦੇ ਹਨ ਜੋ ਸਮੇਂ ਤੇ ਮੌਕਿਆਂ ਦੀ ਕੀਮਤ ਤਾਂ ਸਮਝਦੇ ਹਨ ਪਰ ਕਦੇ ਵੀ ਪੂਰਨਤਾ ਦੇ ਨਾਲ ਕਰਮ ਨਹੀਂ ਕਰ ਪਾਉਂਦੇ। ਉਹਨਾਂ ਦੀ ਹਰ ਕੋਸ਼ਿਸ਼ ਅੱਧੀ ਤੇ ਅਧੂਰੀ ਹੀ ਰਹਿ ਜਾਂਦੀ ਹੈ। ਆਪਣੇ ਆਲਸ, ਅਸਫਲਤਾ ਦਾ ਡਰ ਤੇ ਆਪਣੇ ਕੰਮਾਂ ਨੂੰ ਟਾਲਣ ਦੀ ਆਦਤ ਦੀ ਵਜ੍ਹਾ ਦੇ ਕਾਰਨ ਉਹ ਹਰ ਕੰਮ ਵਿੱਚ ਅੱਧੀ ਅਧੂਰੀ ਹੀ ਕੋਸ਼ਿਸ਼ ਕਰਦੇ ਹਨ ਤੇ ਜ਼ਿੰਦਗੀ ਭਰ ਅਸਫਲਤਾਵਾਂ ਦਾ ਮੂੰਹ ਦੇਖਦੇ ਰਹਿੰਦੇ ਹਨ। ਤੇ ਸਭ ਕੁਝ ਸਮਝਣ ਤੇ ਜਾਣਨ ਦੇ ਬਾਅਦ ਵੀ ਐਸੇ ਲੋਕ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਕੁਝ ਸਾਰਥਕ ਤੇ ਮਹੱਤਵਪੂਰਨ ਨਹੀਂ ਕਰ ਪਾਉਂਦੇ। ਬਸ ਕੁਝ ਹੀ ਗਿਣਵੇਂ ਚੁਣਵੇਂ ਲੋਕ ਹੁੰਦੇ ਹਨ ਜੋ ਉਸ ਤੀਜੇ ਰਾਜਕੁਮਾਰ ਦੀ ਤਰ੍ਹਾਂ ਹੁੰਦੇ ਹਨ, ਜੋ ਆਪਣੇ ਸਮੇਂ ਤੇ ਜ਼ਿੰਦਗੀ ਵਿੱਚ ਆਉਣ ਵਾਲੇ ਹਰ ਮੌਕੇ ਦਾ ਭਰਪੂਰ ਉਪਯੋਗ ਕਰਦੇ ਹਨ। ਤੇ ਐਸੇ ਕਰਮਯੋਗੀ ਲੋਕ ਪੂਰੀ ਨਿਸ਼ਠਾ, ਪੂਰੀ ਲਗਨ ਦੇ ਨਾਲ ਆਪਣੇ ਕਰਮ ਵਿੱਚ ਲੱਗ ਜਾਂਦੇ ਹਨ ਤੇ ਇਹਨਾਂ ਦੇ ਮਨ ਵਿੱਚ ਕੋਈ ਵੀ ਸ਼ੰਕਾ, ਕੋਈ ਵੀ ਡਰ ਲੰਬੇ ਸਮੇਂ ਤੱਕ ਘਰ ਨਹੀਂ ਕਰ ਪਾਉਂਦਾ। ਤੇ ਇਹ ਉਹੀ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਜਨਮ ਦੇ ਸਮੇਂ ਜੋ ਕੁਝ ਵੀ ਮਿਲਦਾ ਹੈ ਇਹ ਉਸ ਨੂੰ ਆਪਣੇ ਅੰਤ ਸਮੇਂ ਤੱਕ ਹਜ਼ਾਰਾਂ ਗੁਣਾ ਕਰਕੇ ਇਸ ਸੰਸਾਰ ਨੂੰ ਵਾਪਸ ਕਰ ਜਾਂਦੇ ਹਨ। ਸੋ ਦੋਸਤੋ, ਆਸ਼ਾ ਕਰਦਾ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ। ਜੇ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰੋ। ਸੋ ਦੋਸਤੋ, इसी जन्म में ये 2 काम करो, एक नाम जपो और प्रेम करो, किसी जीव का दिल ना दुखाना कभी, मौत याद रखो, मालिक से डरो। ਸੋ ਦੋਸਤੋ, ਇੱਥੇ ਹੀ ਇਹ ਕਹਾਣੀ ਖਤਮ ਹੁੰਦੀ ਹੈ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।